ਬੀਬੀ ਸਰਬਜੀਤ ਕੌਰ ਮਾਣੂਕੇ ਇੱਕ ਵਾਰ ਫਿਰ ਵਿਵਾਦਾਂ 'ਚ ਨੇ। ਇੱਕ ਵਾਰ ਫਿਰ ਵਿਵਾਦਾਂ ਦੇ ਨਾਲ ਨਾਤਾ ਜੁੜਿਆ ਬੀਬੀ ਸਰਬਜੀਤ ਕੌਰ ਮਾਣੂਕੇ ਦਾ। ਸਾਡੇ ਹੀ ਪਿੰਡ ਗਾਲਬ ਕਲਾਂ ਦੇ ਇੱਕ ਪੀੜਤ ਵਿਅਕਤੀ ਦੀ ਦਰਖਾਸਤ ਦੇ ਸੰਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜਗਰਾਉਂ ਨੂੰ ਮਿਲਣ ਗਏ ਸੀ, ਜਿੱਥੇ ਝਾੜੂ ਪਾਰਟੀ ਦੇ ਕੁਝ ਸਮਰਥਕ ਕੋਈ ਰੋਸ ਪ੍ਰਦਰਸ਼ਨ ਕਰਕੇ ਮਾਨਯੋਗ ਐਸਐਸਪੀ ਜਗਰਾਉਂ ਨੂੰ ਇੱਕ ਮੰਗ ਪੱਤਰ ਦੇਣ ਪਹੁੰਚੇ ਸੀ। ਔਰ ਮੰਗ ਪੱਤਰ ਦੇਣ ਤੋਂ ਬਾਅਦ ਬਾਹਰ ਆਣ ਕੇ ਉਹ ਆਪਣੀ ਪੀਸੀ ਕਰਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ ਜਿਹੜੇ ਪੱਤਰਕਾਰਾਂ ਦੇ ਨਾਲ। ਔਰ ਉਹਦੇ ਵਿੱਚ ਉਹ ਮੰਗ ਕਰਦੇ ਆ ਕਿ ਐਨਆਰਆਈ ਜਿਹੜੀ ਬੀਬੀ ਆ ਜਿਹਦੀ ਕੋਠੀ ਨੱਪੀ ਗਈ ਸੀਗੀ, ਵੀ ਉਹਦੇ ਤੇ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਕੋਠੀ ਦੇ ਮਾਮਲੇ 'ਚ ਬਦਨਾਮ ਕਰਦੇ ਆ ਝੂਠਾ, ਵੀ ਉਹਨਾਂ ਤੇ ਪੁਲਿਸ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ। ਪ੍ਰੈਸ ਨੂੰ ਉਹ ਸ਼ੋਅ ਕਰ ਰਹੇ ਸੀ ਕਿ ਦੇਖੋ ਜੀ, ਬੀਬੀ ਦੇ ਹੱਕ ਦੇ ਵਿੱਚ ਤਾਂ ਜਗਰਾਉਂ ਕੌਂਸਟੀਚੁਐਂਸੀ ਦੀ ਜਿਹੜੀ ਸਾਰੀ ਆਮ ਸੰਗਤ ਆ, ਬੀਬੀ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਦਲਿਤ ਕਾਰਨ। ਜਦੋਂ ਉਹਨਾਂ ਨੇ ਦਲਿਤ ਸ਼ਬਦ ਦਾ ਵੀ ਨਾਮ ਵਰਤਿਆ ਤਾਂ ਉਹਦੇ ਤੇ ਵੀ ਮੈਂ ਇਤਰਾਜ਼ ਕੀਤਾ ਕਿ ਇਹਨਾਂ ਪੂਨਾ ਪੈਕਟ ਦੀਆਂ ਭਰਪਾਈ ਵਾਲੇ ਪੂਨਾ ਪੈਕਟ ਦੀ ਪ੍ਰੋਡਕਸ਼ਨ ਲੋਕਾਂ ਨੂੰ ਤੁਸੀਂ ਇੱਕ ਉਹ ਇਸ਼ੂ ਨਾ ਬਣਾਓ ਦਲਿਤ ਵਾਲਾ, ਕਿਉਂਕਿ ਅਸੀਂ ਦਲਿਤ ਸਮਾਜ ਦੇ ਨਾਲ ਸੰਬੰਧਿਤ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਦਲਿਤ ਸਮਾਜ ਦੇ ਨਾਲ ਸੰਬੰਧਿਤ ਹਾਂ ਤਾਂ ਸਾਨੂੰ ਕਿਸੇ ਦੀਆਂ ਕੋਠੀਆਂ ਨੱਪਣ ਦਾ ਅਧਿਕਾਰ ਨਹੀਂ ਮਿਲ ਜਾਂਦਾ। ਮੇਰੀ ਜ਼ਮੀਰ ਨੇ ਇਜਾਜ਼ਤ ਦਿੱਤੀ ਵੀ ਨਹੀਂ, ਇਹਨਾਂ ਬੰਦਿਆਂ ਨੂੰ ਇੱਥੇ ਟੋਕਣਾ ਚਾਹੀਦਾ। ਜਦ ਮੈਂ ਉਹਨਾਂ ਨੂੰ ਟੋਕਿਆ ਤੇ ਉਹ ਬਹੁ ਗਿਣਤੀ 'ਚ ਬੰਦੇ ਸੀ, ਬਾਕੀ ਸੱਤਾ ਦਾ ਨਸ਼ਾ ਸੀ, ਤਾਂ ਉਹਨਾਂ ਬੰਦਿਆਂ ਨੇ ਮੇਰੇ ਤੇ ਅਟੈਕ ਕੀਤਾ। ਅਟੈਕ ਕਰਕੇ ਮੇਰੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਦੀ ਮੌਜੂਦਗੀ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਮੈਨੂੰ ਉੱਥੇ ਪੁਲਿਸ ਚੌਂਕੀ ਦੇ ਵਿੱਚ ਫੜਾਤਾ, ਤੇ ਜਿੱਥੇ ਸ਼ਾਮ ਤੱਕ ਮੈਨੂੰ ਇਲੀਗਲ ਤੌਰ ਤੇ ਰੱਖਿਆ ਗਿਆ। ਭਾਵੇਂ ਮੈਨੂੰ ਉਹਦੇ ਵਿੱਚ ਪੁਲਿਸ ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਮੈਂ ਸਾਡੇ ਭਾਰਤ ਦੇ ਸਿਸਟਮ ਨੂੰ ਸਮਝਦਾ। ਮੈਂ ਇਹ ਸਮਝਣਾ ਚਾਹੂੰਗਾ, ਇੰਨੇ ਲੋਕਾਂ ਦੇ ਵੱਲੋਂ ਕੁੱਟਮਾਰ ਵੀ ਤੁਹਾਡੇ ਨਾਲ ਕੀਤੀ ਗਈ ਤੇ ਚੌਂਕੀ ਦੇ ਵਿੱਚ ਵੀ ਤੁਹਾਨੂੰ ਹੀ ਰੱਖਿਆ ਗਿਆ। ਯੈਸ, ਤੁਹਾਡੇ ਨਾਲ ਇਹ ਹੋਇਆ ਕਿਉਂ, ਕਿਹਦੇ ਇਸ਼ਾਰੇ ਤੇ ਹੋਇਆ, ਇਹ ਵੀ ਥੋੜਾ ਦੱਸੋ। ਦੇਖੋ ਜੀ, ਹੋਇਆ ਤਾਂ ਇਹ 'ਚ ਤੋਂ ਨੋ ਡਾਊਟ, ਕੋਈ ਸ਼ੱਕ ਹੀ ਨਹੀਂ ਹੈਗਾ। ਹੋਇਆ ਤਾਂ ਇਹ ਸੰਬੰਧਿਤ ਐਮਐਲਏ ਸਾਹਿਬਾ ਹੈਗੇ ਨੇ ਜਿਹੜੇ ਬੀਬੀ ਸਰਬਜੀਤ ਕੌਰ ਮਾਣੂਕੇ ਨੇ, ਤੇ ਕਰਨ ਵਾਲੇ ਉਹ ਲੋਕ ਨੇ ਜਿਹੜੇ ਉਹਦੇ। ਜੇ ਉਹਨਾਂ ਨੂੰ ਲੱਗਦਾ ਸੀ ਕਿ ਤੁਹਾਡੇ ਸ਼ਬਦ ਜਿਹੜੇ ਉਹ ਠੀਕ ਨਹੀਂ ਤੇ ਉਹ ਪੁਲਿਸ ਨੂੰ ਸ਼ਿਕਾਇਤ ਕਰ ਸਕਦੇ ਸੀ ਤੁਹਾਡੀ, ਪਰ ਉਹਨਾਂ ਨੇ ਖੁਦ ਕਾਨੂੰਨ ਨੂੰ ਹੱਥ 'ਚ ਲਿਆ, ਤੁਹਾਡੇ ਤੇ ਅਟੈਕ ਕੀਤਾ, ਤੁਹਾਡੇ ਨਾਲ ਹੱਥੋਂ ਪਾਈ ਹੋਈ, ਪੁਲਿਸ ਦੀ ਮੌਜੂਦਗੀ 'ਚ ਹੋਏ। ਪੁਲਿਸ ਨੇ ਕੋਈ ਉਹਨਾਂ ਤੇ ਆਪਣੇ ਤੌਰ ਤੇ ਕੋਈ ਕਾਰਵਾਈ ਕੀਤੀ ਜਾਂ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ? ਦੇਖੋ ਜੀ, ਮੈਂ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੇਰੀ ਸ਼ਿਕਾਇਤ ਨਹੀਂ ਲਈ ਗਈ। ਤੁਹਾਡੇ ਤੇ ਵੀ ਲੋਕ ਸਵਾਲ ਖੜੇ ਕਰ ਰਹੇ ਆ, ਕਹਿੰਦੇ ਕਿ ਇਹ ਬੀਬੀ ਦਾ ਕੰਪੀਟੀਟਰ ਸੀ, ਇਹ ਆਮ ਆਦਮੀ ਪਾਰਟੀ ਦੇ ਵਿੱਚ ਸੀ, ਇਹ ਉੱਥੋਂ ਟਿਕਟ ਮੰਗਦੇ ਸੀ, ਫਿਰ ਕੋਈ ਕਹਿੰਦਾ ਕਿ ਤੁਸੀਂ ਬੀਐਸਪੀ ਦੇ ਵਿੱਚੋਂ, ਵਿਰੋਧੀ ਪਾਰਟੀ ਦੇ ਵਿੱਚੋਂ, ਤਾਂ ਕਰਕੇ ਇਹ ਇਲਜ਼ਾਮ ਲਾ ਰਹੇ ਹੋ। ਸਾਡੀ ਲੁਧਿਆਣਾ ਵਿਖੇ ਮੀਟਿੰਗ ਕਰਵਾਈ ਮੇਰੀ ਅਰਵਿੰਦ ਕੇਜਰੀਵਾਲ ਨਾਲ। ਜਦੋਂ ਮੈਂ ਅਰਵਿੰਦ ਕੇਜਰੀਵਾਲ ਨਾਲ ਇਹ ਗੱਲਾਂ ਕੀਤੀਆਂ, ਉਹ ਤੋਂ ਸਵਾਲ ਪੁੱਛੇ, उत्तर लेने चाहे, तो उन्हें मैंने कहा नहीं जी रिशपाल जी, आप छोड़िए इन बातों को, आगे बढ़िए, हम तो राजनीति थोड़ी करने आए हैं, हम तो राजनीति बदलने आए हैं। मैंने कहा नहीं सर, मैं कहा आप हमारी बातों का जवाब दो। तब फिर मैं कहा भी नहीं जी ओके बाय टाटा, असी तुहाडे नाल नहीं लग सकते। फिर ਇਹਦਾ ਇੱਕ ਇਹ ਪੜਿਆ ਕਿ ਇਹ ਬੰਦਾ ਜੀ ਇਹ ਕਹਿੰਦਾ ਸੀਗਾ ਵੀ ਮੈਂ ਤਾਂ IRS ਹਾਂ, ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਵਿੱਚ ਹੈਗਾ। ਜਦੋਂ ਇਹਦੀ ਉਹ ਪੂਰੀ ਮੀਡੀਆ ਨੇ ਟਰਾਇਲ ਕੀਤਾ, ਸਾਰਾ ਪਤਾ ਲੱਗ ਗਿਆ ਕਿ ਇਹ ਤਾਂ ਕਿਤੇ ਕਲਰਕ ਵੀ ਨਹੀਂ ਲੱਗਿਆ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ। ਠੀਕ ਆ, IRS ਤਾਂ ਇੱਕ ਵੱਖਰੀ ਗੱਲ ਆ। ਤਾਂ ਫਿਰ ਲੱਗਿਆ ਵੀ ਨਹੀਂ, ਇਹ ਬੰਦਾ ਆਪਣੇ ਕਾਬਲ ਨਹੀਂ ਹੈਗਾ। ਸਾਨੂੰ ਵੀ ਆਏ ਆ, ਸਾਰੀ ਦੁਨੀਆ ਨੂੰ ਹੀ ਆਏ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਸਾਬਕਾ IRS ਅਧਿਕਾਰੀ ਨੇ, ਔਰ ਤੁਸੀਂ ਕਹਿ ਰਹੇ ਹੋ ਕਿ ਉਹ ਕਿਤੇ ਕਲਰਕ ਵੀ ਨਹੀਂ ਲੱਗੇ ਸੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ। ਇਹ ਤੁਸੀਂ ਕਿਵੇਂ ਕਹਿ ਸਕਦੇ ਹੋ? ਮੈਂ ਐਫੀਡੇਵਿਟ ਦਿੰਨਾ ਜੀ, ਮੈਂ ਐਫੀਡੇਵਿਟ ਦਿੰਨਾ ਜੀ, ਤੁਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰੋ। ਮੈਂ ਔਨ ਕੈਮਰਾ ਕਹਿ ਰਿਹਾ ਇਹ ਗੱਲ। ਜੇ ਅਰਵਿੰਦ ਕੇਜਰੀਵਾਲ ਸਾਬਕਾ IRS ਹੋਵੇ, ਮੈਂ ਤੁਹਾਡੇ ਚੈਨਲ ਤੇ ਆਣ ਕੇ ਮਾਫੀ ਮੰਗੂਗਾ, ਔਰ ਜੋ ਤੁਸੀਂ ਸਜ਼ਾ ਕਹੋਗੇ ਉਹ ਸਜ਼ਾ ਨੂੰ ਐਕਸੈਪਟ ਕਰਾਂਗਾ। ਬੀਬੀ ਸਰਬਜੀਤ ਕੌਰ ਮਾਣੂਕੇ ਇੱਕ ਵਾਰ ਫਿਰ ਵਿਵਾਦਾਂ 'ਚ ਨੇ। ਇੱਕ ਵਾਰ ਫਿਰ ਵਿਵਾਦਾਂ ਦੇ ਨਾਲ ਨਾਤਾ ਜੁੜਿਆ ਬੀਬੀ ਸਰਬਜੀਤ ਕੌਰ ਮਾਣੂਕੇ ਦਾ। ਪਹਿਲਾਂ NRI ਕੋਠੀ ਵਿਵਾਦ ਜੁੜਿਆ ਅਤੇ ਫਿਰ
ਉਸੇ ਐਨਆਰਆਈ ਕੋਠੀ ਮਾਮਲੇ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਸਮਰਥਕਾਂ ਦੇ ਵੱਲੋਂ ਹੁਣ ਐਸਐਸਪੀ ਜਗਰਾਉਂ ਨੂੰ ਜਾ ਕੇ ਇੱਕ ਪੱਤਰ ਦਿੱਤਾ ਗਿਆ, ਜਿਹਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਐਮਐਲਏ ਸਰਬਜੀਤ ਕੌਰ ਮਾਣੂਕੇ ਨੂੰ ਜਿਹੜਾ ਜਾਣਬੁੱਝ ਕੇ ਐਨਆਰਆਈ ਬੀਬੀ ਅਤੇ ਉਹਦੀ ਨੂੰਹ ਦੇ ਵੱਲੋਂ ਬਦਨਾਮ ਕੀਤਾ ਗਿਆ ਅਤੇ ਐਨਆਰਆਈ ਨੂੰਹ ਅਤੇ ਸੱਸ ਦੇ ਉੱਪਰ ਕਾਰਵਾਈ ਕੀਤੀ ਜਾਵੇ, ਜਦਕਿ ਪੁਲਿਸ ਨੇ ਚਾਬੀਆਂ ਖੁਦ ਦਵਾਈਆਂ ਐਨਆਰਆਈ ਬੀਬੀ ਅਤੇ ਉਹਦੀ ਨੂੰਹ ਨੂੰ, ਜੋ ਜਦਕਿ ਉਹ ਵਾਕਈ ਦੁਖਿਆਰੇ ਸੀਗੇ, ਵਾਕਈ ਉਹ ਫਸੇ ਹੋਏ ਸੀਗੇ, ਇਹ ਖੁਦ ਸਾਬਤ ਕੀਤਾ ਪੁਲਿਸ ਨੇ। ਤਾਂ ਫਿਰ ਉਸ ਐਨਆਰਆਈ ਬੀਬੀ ਅਤੇ ਸੱਸ ਦੇ ਉੱਪਰ ਔਰ ਨੂੰਹ ਦੇ ਉੱਪਰ ਕਿਉਂ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ? ਔਰ ਉੱਥੇ ਵਿਅਕਤੀ ਪਹੁੰਚਦੇ ਨੇ ਰਛਪਾਲ ਸਿੰਘ, ਉਹ ਕਹਿੰਦੇ ਨੇ ਕਿ ਤੁਸੀਂ ਗਲਤ, ਉਹਨਾਂ ਦੇ ਸਮਰਥਕਾਂ ਨੂੰ ਜਦੋਂ ਗਲਤ ਕਹਿੰਦੇ ਨੇ ਤਾਂ ਉਹਨਾਂ ਦੇ ਨਾਲ ਵਿਵਾਦ ਪੈਦਾ ਹੋ ਜਾਂਦਾ, ਉਹਨਾਂ ਦੇ ਨਾਲ ਕੁੱਟਮਾਰ ਕਰਦੇ ਨੇ। ਮੇਰੇ ਨਾਲ ਸਰਦਾਰ ਰਛਪਾਲ ਸਿੰਘ ਜੁੜ ਚੁੱਕੇ ਆ, ਮੈਂ ਉਹਨਾਂ ਦਾ ਪਹਿਲਾਂ ਸਵਾਗਤ ਕਰਨਾ, ਫਿਰ ਪੂਰੇ ਵਿਵਾਦ ਦੇ ਬਾਰੇ ਜਾਣਾਂਗੇ। ਰਛਪਾਲ ਜੀ, ਸਵਾਗਤ ਹੈ ਤੁਹਾਡਾ ਰੋਜ਼ਾਨਾ ਲੋਕਨਾਟ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਸਾਡੀ ਗੱਲ ਰੱਖੀ ਆਪਣੇ ਚੈਨਲ ਤੇ। ਮੈਂ ਧੰਨਵਾਦ ਕਰਦਾ ਜੀ ਤੁਹਾਡਾ। ਜੀ ਰਛਪਾਲ ਜੀ, ਐਨਆਰਆਈ ਕੋਠੀ ਵਿਵਾਦ ਦੇ ਬਾਰੇ ਤਾਂ ਸਾਰੇ ਉੱਥੇ ਲੋਕਾਂ ਨੂੰ ਪਤਾ ਹੀ ਆ, ਕਿਸ ਤਰੀਕੇ ਦੇ ਨਾਲ ਬੀਬੀ ਨੂੰ ਕੋਠੀ ਫਿਰ ਛੱਡਣੀ ਪੈ ਗਈ, ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਪੁਲਿਸ ਨੇ ਚਾਬੀਆਂ ਦਵਾਈਆਂ, ਫਿਰ ਕਰਮ ਸਿੰਘ ਕਿਵੇਂ ਭੱਜਿਆ, ਫਿਰ ਅਸ਼ੋਕ ਕੁਮਾਰ ਦੇ ਉੱਪਰ ਕਿਵੇਂ ਪਰਚਾ ਦਰਜ ਹੋਇਆ, ਸਾਰਾ ਕੁਝ ਆਪਣੇ ਲੋਕਾਂ ਨੂੰ ਪਤਾ ਹੀ ਹੈ। ਪਰ ਹੁਣ ਅੱਗੇ ਕੀ ਹੋਇਆ, ਉਹ ਐਪੀਸੋਡ ਕੀ ਸੀ ਜਿੱਦਣ ਤੁਹਾਡੇ ਨਾਲ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਇਸੇ ਹੀ ਮਾਮਲੇ ਨੂੰ ਲੈ ਕੇ ਜਿਹੜੀ ਆ ਕੁੱਟਮਾਰ ਕੀਤੀ ਜਾਂਦੀ ਹੈ, ਇਹ ਉਦੋਂ ਹੋਇਆ ਕੀ ਸੀ? ਉਹ ਕੀ ਕਰਨ ਪਹੁੰਚੇ ਸੀ ਉੱਥੇ, ਤੁਸੀਂ ਕੀ ਕਰਨ ਗਏ, ਫਿਰ ਆਪਸ ਦੇ ਵਿੱਚ ਭੇੜ ਕਿੱਦਾਂ ਪੈ ਗਏ, ਉਹ ਵੀ ਪੁਲਿਸ ਦੀ ਮੌਜੂਦਗੀ ਵਿੱਚ? ਸਤਿਕਾਰਯੋਗ ਵੀਰ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਸ ਦਿਨ ਦੀ ਇਹ ਘਟਨਾ ਹੋਈ ਹੈ, ਅਸੀਂ ਸਾਡੇ ਹੀ ਪਿੰਡ ਗਾਲਬ ਕਲਾਂ ਦੇ ਇੱਕ ਪੀੜਤ ਵਿਅਕਤੀ ਦੀ ਦਰਖਾਸਤ ਦੇ ਸੰਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜਗਰਾਉਂ ਨੂੰ ਮਿਲਣ ਗਏ ਸੀ, ਜਿੱਥੇ ਝਾੜੂ ਪਾਰਟੀ ਦੇ ਕੁਝ ਸਮਰਥਕ ਕੋਈ ਰੋਸ ਪ੍ਰਦਰਸ਼ਨ ਕਰਕੇ ਮਾਨਯੋਗ ਐਸਐਸਪੀ ਜਗਰਾਉਂ ਨੂੰ ਇੱਕ ਮੰਗ ਪੱਤਰ ਦੇਣ ਪਹੁੰਚੇ ਸੀ। ਔਰ ਮੰਗ ਪੱਤਰ ਦੇਣ ਤੋਂ ਬਾਅਦ ਬਾਹਰ ਆਣ ਕੇ ਉਹ ਆਪਣੀ ਪੀਸੀ ਕਰਦੇ ਨੇ, ਪ੍ਰੈਸ ਕਾਨਫਰੰਸ ਕਰਦੇ ਨੇ ਜਿਹੜੇ ਪੱਤਰਕਾਰਾਂ ਦੇ ਨਾਲ, ਔਰ ਉਹਦੇ ਵਿੱਚ ਉਹ ਮੰਗ ਕਰਦੇ ਆ ਕਿ ਐਨਆਰਆਈ ਜਿਹੜੀ ਬੀਬੀ ਆ ਜਿਹਦੀ ਕੋਠੀ ਨੱਪੀ ਗਈ ਸੀਗੀ, ਵੀ ਉਹਦੇ ਤੇ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਕੋਠੀ ਦੇ ਮਾਮਲੇ 'ਚ ਬਦਨਾਮ ਕਰਦੇ ਆ ਝੂਠਾ, ਵੀ ਉਹਨਾਂ ਤੇ ਪੁਲਿਸ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ। ਤਾਂ ਮੇਰੀ ਉੱਥੇ ਜ਼ਮੀਰ ਜਾਗੀ, ਮੈਂ ਕਿਹਾ ਵੀ ਨਹੀਂ, ਬੀਬੀ ਮਾਣੂਕੇ ਨੂੰ ਪਲੱਸ ਆਮ ਆਦਮੀ ਪਾਰਟੀ ਨੂੰ, ਦੋਨਾਂ ਦਾ ਉਹਨਾਂ ਨੇ ਦੋਨਾਂ ਦਾ ਨਾਮ ਲਿਆ। ਤੇ ਮੇਰੀ ਉੱਥੇ ਜ਼ਮੀਰ ਜਾਗੀ ਕਿ ਨਹੀਂ, ਇਹ ਗਲਤ ਕਰ ਰਹੇ ਆ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਪਤਾ ਲੱਗ ਚੁੱਕਿਆ ਕਿ ਜਿਹੜੀ ਕੋਠੀ ਆ ਉਹ ਤੇ ਕਬਜ਼ੇ ਦੀ ਮਨਸ਼ਾ ਦੇ ਨਾਲ ਬੀਬੀ ਨੇ ਉਹਨੂੰ ਕਿਰਾਏਨਾਮਾ ਬਣਾ ਕੇ ਉੱਥੇ ਬੈਠੇ, ਉਹਦੀ ਭੰਨ ਤੋੜ ਕਰਕੇ ਉਹਦੀ ਰੈਨੋਵੇਸ਼ਨ ਕੀਤੀ, ਜੋ ਵੀ ਹੈਗੀਆਂ ਫਾਰਮੈਲਿਟੀ ਜੀ ਸੜਕਾਂ ਵਗੈਰਾ ਬਣੀਆਂ ਉੱਥੇ, ਉਹ ਸਿਰਫ ਤੇ ਸਿਰਫ ਬੀਬੀ ਦੇ ਬਿਹਾਫ ਤੇ ਹੀ ਬਣੀਆਂ, ਨਾ ਕਿ ਕਰਮ ਸਿੰਘ ਜਾਂ ਅਸ਼ੋਕ ਕੁਮਾਰ ਦੇ। ਤੇ ਮੈਂ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਗਲਤ ਬੰਦਿਆਂ ਦਾ ਸਾਥ ਦੇ ਰਹੇ ਹੋ। ਮੈਂ ਸ਼ਬਦ ਇੱਕ ਵਰਤਿਆ ਸੀ ਵੀ ਤੁਸੀਂ ਚੋਰਾਂ ਦਾ ਸਾਥ ਨਾ ਦਿਓ। ਔਰ ਮੈਂ ਸਮਝਦਾ ਕਿ ਇਹ ਜਿਹੜਾ ਪੁਲਿਸ ਨੇ ਖੁਦ ਹੀ ਤੇ ਕਰਮ ਸਿੰਘ ਨੇ ਖੁਦ ਹੀ ਕਿਹਾ ਕਿ ਮੇਰੇ ਨਾਲ ਧੋਖਾ ਹੋਇਆ, ਗਲਤ ਕਾਗਜ਼ਾਂ ਦੇ ਜ਼ਰੀਏ ਮੈਨੂੰ ਰਜਿਸਟਰੀ ਹੋ ਗਈ। ਤਾਂ ਇੱਥੋਂ ਸਿੱਧ ਹੁੰਦਾ ਕਿ ਅਸ਼ੋਕ ਕੁਮਾਰ, ਕਰਮ ਸਿੰਘ ਪਲੱਸ ਉਹਦੀ ਜਿੰਨੀ ਵੀ ਜੁੰਡਲੀ ਹੈਗੀ ਆ, ਉਹ ਸਾਰੀ ਦੀ ਸਾਰੀ ਉਸ ਕੋਠੀ ਨੂੰ ਨੱਪਣਾ ਚਾਹੁੰਦੀ ਸੀ। ਮੇਰੀ ਜ਼ਮੀਰ ਨੇ ਇਜਾਜ਼ਤ ਦਿੱਤੀ ਵੀ ਨਹੀਂ, ਇਹਨਾਂ ਬੰਦਿਆਂ ਨੂੰ ਇੱਥੇ ਟੋਕਣਾ ਚਾਹੀਦਾ। ਜਦ ਮੈਂ ਉਹਨਾਂ ਨੂੰ ਟੋਕਿਆ ਤੇ ਉਹ ਬਹੁ ਗਿਣਤੀ 'ਚ ਬੰਦੇ ਸੀ, ਬਾਕੀ ਸੱਤਾ ਦਾ ਨਸ਼ਾ ਸੀ, ਤਾਂ ਉਹਨਾਂ ਬੰਦਿਆਂ ਨੇ ਮੇਰੇ ਤੇ ਅਟੈਕ ਕੀਤਾ। ਅਟੈਕ ਕਰਕੇ ਮੇਰੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਦੀ ਮੌਜੂਦਗੀ ਦੇ ਵਿੱਚ। ਪਰ ਮੈਂ ਤਾਂ ਇਹੀ ਕਿਹਾ ਵੀ ਭਾਈ ਤੁਸੀਂ ਗਲਤ ਹੋ, ਗਲਤ ਆਦਮੀ ਦੀ ਜਿਹੜੀ ਹੈਗੀ ਆ ਤੁਸੀਂ ਮਦਦ ਕਰਦੇ ਹੋ। ਜਿਹੜੇ ਤੁਸੀਂ ਕਹਿੰਦੇ ਹੋ ਕਿ ਆਹ ਬੈਠੇ ਆ ਜੀ ਇਲਾਕੇ ਦੇ ਲੋਕ, ਤੁਹਾਡੇ ਨਾਲ ਜਿਹੜੀ ਇਹ ਕੁੱਟਮਾਰ ਹੋਈ ਹੈ, ਇਹ ਬੀਬੀ ਦੇ ਲੋਕ ਸੀ, ਇਹ ਆਮ ਆਦਮੀ ਪਾਰਟੀ ਦੇ ਲੋਕ ਸੀ, ਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਤੁਹਾਡੇ ਨਾਲ ਹੱਥੋਂ ਪਾਈ ਹੋਈ? ਬਿਲਕੁਲ ਜੀ, ਪੁਲਿਸ ਦੀ ਮੌਜੂਦਗੀ ਦੇ ਵਿੱਚ ਸੀ। ਇਹ ਬੀਬੀ ਦੇ ਬੰਦੇ ਸੀ ਖਾਸ ਤੌਰ ਤੇ। ਇਹ ਜਦੋਂ ਵੀ ਨਾ ਹਰ ਇੱਕ ਕਨਸਟੀਚੁਐਂਸੀ ਦੇ ਵਿੱਚ 10-15% ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਜਦੋਂ ਵੀ ਜਿਹਦੀ ਵੀ ਸਰਕਾਰ ਹੋਵੇ ਉਹਦੇ ਇਹ ਹੁੰਦੇ ਆ। ਤਾਂ ਐਵੇਂ ਹੀ ਇਹ ਬੰਦੇ ਸੀਗੇ। ਜਿਸ ਤਰੀਕੇ ਨਾਲ ਹੁਣ ਮੈਂ ਜੇ ਨਾਂ ਲੈਣਾ, ਇਹ ਵੱਡੇ ਬਣਦੇ ਆ ਵੈਸੇ, ਕਿਉਂਕਿ ਅਸੀਂ ਸਾਹਿਬ ਸ੍ਰੀ ਕਾਂਸ਼ੀ ਰਾਮ ਸਾਹਿਬ ਦੇ ਚੇਲੇ ਆ, ਚਮਚਾ ਜੋ ਕਿਤਾਬ ਪੜ੍ਹੀ ਆ,
ਇਹ ਚਮਚਿਆਂ ਦੇ ਨਾਂ ਲੈਣੇ ਮੈਂ ਮੁਨਾਸਬ ਨਹੀਂ ਸਮਝਦਾ। ਇੱਕ ਸਾਬਕਾ ਸਰਪੰਚ ਆ, ਇੱਕ ਉੱਥੋਂ ਦਾ ਹੀ ਇੱਕ ਹੈਗਾ ਇਹ ਬੰਦਾ, ਉਹ ਮਤਲਬ ਕਿ ਗੁੰਮਰਾਹ ਕਰਕੇ, ਜਾਂ ਜਿਹੜੇ ਕੋਈ ਹੋਰ ਕੋਈ ਐਮਸੀ ਬਣੇ ਹੋਏ ਆ, ਇਹ ਪਹਿਲਾਂ ਕਾਂਗਰਸ ਦੇ ਹੁੰਦੇ ਸੀ ਸਾਰੇ, ਅੱਜ ਉਹ ਬੀਬੀ ਦੇ ਨਾਲ ਹੈਗੇ ਨੇ। ਉਹ ਬੰਦੇ ਇੱਕ ਦਿਖਾਉਣਾ ਚਾਹੁੰਦੇ ਸੀ ਕਿ ਬੀਬੀ ਦੇਖੋ ਅਸੀਂ ਤੁਹਾਡੇ ਲਈ ਕੀ ਕਰਦੇ ਹਾਂ, ਜਦੋਂ ਕਿ ਇਲਾਕੇ ਦਾ ਬੰਦਾ ਉਹਨਾਂ ਨਾਲ ਕੋਈ ਨਹੀਂ ਸੀ। ਮੋਤਬਾਰ ਬੰਦੇ ਜਾਂ ਜਿਹੜੇ ਇਲਾਕੇ ਦੀ ਆਮ ਜਨਤਾ ਨਹੀਂ ਸੀ, ਪਰ ਪ੍ਰੈਸ ਨੂੰ ਉਹ ਸ਼ੋਅ ਕਰ ਰਹੇ ਸੀ ਕਿ ਦੇਖੋ ਜੀ ਬੀਬੀ ਦੇ ਹੱਕ ਦੇ ਵਿੱਚ ਤਾਂ ਜਗਰਾਉਂ ਕੌਂਸਟੀਚੁਐਂਸੀ ਦੀ ਜਿਹੜੀ ਸਾਰੀ ਆਮ ਸੰਗਤ ਆ, ਬੀਬੀ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਦਲਿਤ ਕਾਰਨ। ਜਦੋਂ ਉਹਨਾਂ ਨੇ ਦਲਿਤ ਸ਼ਬਦ ਦਾ ਵੀ ਨਾਮ ਵਰਤਿਆ ਤਾਂ ਉਹਦੇ ਤੇ ਵੀ ਮੈਂ ਇਤਰਾਜ਼ ਕੀਤਾ ਕਿ ਇਹਨਾਂ ਪੂਨਾ ਪੈਕਟ ਦੀਆਂ ਭਰਪਾਈ ਵਾਲੇ ਪੂਨਾ ਪੈਕਟ ਦੀ ਪ੍ਰੋਡਕਸ਼ਨ ਲੋਕਾਂ ਨੂੰ ਤੁਸੀਂ ਇੱਕ ਉਹ ਇਸ਼ੂ ਨਾ ਬਣਾਓ ਦਲਿਤ ਵਾਲਾ, ਕਿਉਂਕਿ ਅਸੀਂ ਦਲਿਤ ਸਮਾਜ ਦੇ ਨਾਲ ਸੰਬੰਧਿਤ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਦਲਿਤ ਸਮਾਜ ਦੇ ਨਾਲ ਸੰਬੰਧਿਤ ਹਾਂ ਤਾਂ ਸਾਨੂੰ ਕਿਸੇ ਦੀਆਂ ਕੋਠੀਆਂ ਨੱਪਣ ਦਾ ਅਧਿਕਾਰ ਨਹੀਂ ਮਿਲ ਜਾਂਦਾ। ਇਸੇ ਤੇ ਸਾਡੀ ਜਿਹੜੀ ਆ ਬਹਿਸਬਾਣੀ ਹੋਈ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਮੈਨੂੰ ਉੱਥੇ ਪੁਲਿਸ ਚੌਂਕੀ ਦੇ ਵਿੱਚ ਫੜਾਤਾ, ਤੇ ਜਿੱਥੇ ਸ਼ਾਮ ਤੱਕ ਮੈਨੂੰ ਇਲੀਗਲ ਤੌਰ ਤੇ ਰੱਖਿਆ ਗਿਆ। ਭਾਵੇਂ ਮੈਨੂੰ ਉਹਦੇ ਵਿੱਚ ਪੁਲਿਸ ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਮੈਂ ਸਾਡੇ ਭਾਰਤ ਦੇ ਸਿਸਟਮ ਨੂੰ ਸਮਝਦਾ। ਮੈਂ ਇਹ ਸਮਝਣਾ ਚਾਹੂੰਗਾ, ਇੰਨੇ ਲੋਕਾਂ ਦੇ ਵੱਲੋਂ ਕੁੱਟਮਾਰ ਵੀ ਤੁਹਾਡੇ ਨਾਲ ਕੀਤੀ ਗਈ ਤੇ ਚੌਂਕੀ ਦੇ ਵਿੱਚ ਵੀ ਤੁਹਾਨੂੰ ਹੀ ਰੱਖਿਆ ਗਿਆ। ਯੈਸ ਹਾਂਜੀ, ਸਾਰੀ ਦਿਹਾੜੀ। ਔਰ ਸ਼ਾਮ ਨੂੰ ਮੈਨੂੰ ਮਤਲਬ ਕਿ 7 ਵਜੇ ਦੇ ਕਰੀਬ ਜਿਹੜਾ ਉੱਥੋਂ ਰਿਲੀਜ਼ ਕੀਤਾ, ਤੇ ਉਹ ਕਹਿੰਦੇ ਜੀ ਵੀ ਸਾਡੀ ਵੀ ਮਜਬੂਰੀ ਆ। ਜਦੋਂ ਉਹਨਾਂ ਨੇ ਦੱਸਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਡੋਂਟ ਵੈਰੀ ਅਬਾਊਟ ਇਟ, ਮੈਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ। ਤੁਸੀਂ ਆਪਣੇ ਤੌਰ ਤੇ ਕੋਈ ਐਪਲੀਕੇਸ਼ਨ ਦਿੱਤੀ, ਕੋਈ ਐਪਲੀਕੇਸ਼ਨ ਪੁਲਿਸ ਨੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ? ਕਿਉਂਕਿ ਜੇ ਤੁਹਾਡੇ ਸ਼ਬਦਾਂ ਤੋਂ ਕੋਈ ਇਤਰਾਜ਼ ਸੀ ਉਹਨਾਂ ਨੂੰ, ਤਾਂ ਫਿਰ ਪੁਲਿਸ ਨੂੰ ਤੁਹਾਡੀ ਵੀ ਸ਼ਿਕਾਇਤ ਦੇ ਦਿੰਦੇ ਕਿ ਭਾਈ ਇਹ ਸਾਡੇ ਪ੍ਰਤੀ ਇਹ ਸ਼ਬਦਾਂ ਦੀ ਵਰਤੋਂ ਕਰ ਰਹੇ ਆ। ਤੇ ਹਾਲਾਂਕਿ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕਿ ਮੈਂ ਉਹਨਾਂ ਨੂੰ ਸਿਰਫ ਇਹ ਗੱਲ ਕਹੀ ਹੈ ਕਿ ਭਾਈ ਚੋਰਾਂ ਦਾ ਤੁਸੀਂ ਸਾਥ ਦਿੰਦੇ, ਉਹਦੇ ਵਿੱਚ ਕੋਈ ਮੈਨੂੰ ਲੱਗਦਾ ਹੈ ਕਿ ਗਲਤ ਤਾਂ ਨਹੀਂ ਹੈ, ਪਰ ਫਿਰ ਵੀ ਜੇ ਉਹਨਾਂ ਨੂੰ ਲੱਗਦਾ ਸੀ ਕਿ ਤੁਹਾਡੇ ਸ਼ਬਦ ਜਿਹੜੇ ਉਹ ਠੀਕ ਨਹੀਂ ਤੇ ਉਹ ਪੁਲਿਸ ਨੂੰ ਸ਼ਿਕਾਇਤ ਕਰ ਸਕਦੇ ਸੀ ਤੁਹਾਡੀ, ਪਰ ਉਹਨਾਂ ਨੇ ਖੁਦ ਕਾਨੂੰਨ ਨੂੰ ਹੱਥ 'ਚ ਲਿਆ, ਤੁਹਾਡੇ ਤੇ ਅਟੈਕ ਕੀਤਾ, ਤੁਹਾਡੇ ਨਾਲ ਹੱਥੋਂ ਪਾਈ ਹੋਈ ਪੁਲਿਸ ਦੀ ਮੌਜੂਦਗੀ 'ਚ ਹੋਏ। ਪੁਲਿਸ ਨੇ ਕੋਈ ਉਹਨਾਂ ਤੇ ਆਪਣੇ ਤੌਰ ਤੇ ਕੋਈ ਕਾਰਵਾਈ ਕੀਤੀ ਜਾਂ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ? ਦੇਖੋ ਜੀ, ਮੈਂ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੇਰੀ ਸ਼ਿਕਾਇਤ ਨਹੀਂ ਲਈ ਗਈ। ਔਰ ਇਹ ਵੀ 101% ਸ਼ੋਰ ਆ ਕਿ ਪੁਲਿਸ ਨੂੰ ਉਹਨਾਂ ਨੇ ਵੀ ਕੋਈ ਨਹੀਂ ਸ਼ਿਕਾਇਤ ਦਿੱਤੀ। ਉਹਨਾਂ ਬੰਦਿਆਂ ਨੇ ਵੀ, ਇਹ ਬੀਬੀ ਮਾਣੂਕੇ ਦੇ ਸਮਰਥਕਾਂ ਨੇ ਵੀ ਲਿਖਤੀ ਤੌਰ ਤੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਨੇ ਆਪਣੇ ਆਪ ਹੀ ਮੈਨੂੰ ਉੱਥੋਂ ਲੈ ਕੇ ਚਲੇ ਗਏ, ਕਹਿੰਦੇ ਵੀ ਚਲੋ ਜੀ ਉੱਥੇ ਵੀ ਤੁਹਾਨੂੰ ਤਾਂ ਚੌਂਕੀ, ਉੱਥੇ ਬੜਾ ਕੁਝ ਮੈਨੂੰ ਕਰਦੇ ਰਹੇ, ਤੇਰੇ ਤੇ 200 ਉਹ ਪਰਚੇ ਦੇ ਦੇਣੇ ਆ, ਦੂਜੇ ਬੇਅਦਬੀ ਦਾ ਪਰਚਾ ਦੇ ਦੇਣਾ, ਜਾਂ ਵੀ ਮਤਲਬ ਦਾੜੀ ਪੱਟਣ ਦਾ ਪਰਚਾ ਦੇ ਦੇਣਾ। ਇਹਦੇ ਵਿੱਚ ਪੁਲਿਸ ਆਪਣੇ ਤੌਰ ਤੁਹਾਨੂੰ ਕੀ ਲੱਗ ਰਿਹਾ ਸੀ? ਇਹਦੇ ਵਿੱਚ ਪੁਲਿਸ ਆਪਣੇ ਤੌਰ ਤੇ ਤੁਹਾਨੂੰ ਕਹਿ ਰਹੀ ਸੀ ਜਾਂ ਕੋਈ ਅੰਦਰੋਂ ਕੋਈ ਗੱਲਬਾਤ ਸੀ? ਨਹੀਂ, ਮੈਂ ਆਪਣੇ ਆਪ ਸਾਈਕੋਲੋਜੀਕਲੀ ਇਫੈਕਟ ਕੀਤਾ ਕਿ ਪੁਲਿਸ ਆਪਣੇ ਕੋਲੋਂ ਹੀ ਮੈਨੂੰ ਕਹਿ ਰਹੀ ਸੀਗੀ। ਜਦੋਂ ਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਵੈਲ ਐਜੂਕੇਟਡ ਪਰਸਨ ਆ, ਮੈਂ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ। ਮੈਂ ਆਪਣਾ ਆਰਟੀਕਲ 19A ਦੀ ਵਰਤੋਂ ਦੇ ਤਹਿਤ ਹੀ ਜਿਹੜੇ ਸ਼ਬਦ ਵਰਤੇ ਨੇ ਐਜ਼ ਪਰ ਲਾ ਉਹ ਸਹੀ ਨੇ। ਤੇ ਬਾਕੀ ਮੈਂ ਇੱਕ ਗੁਰਸਿੱਖ ਬੰਦਾ ਹਾਂ, ਗੁਰਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਆ। ਮੈਂ ਇਹ ਜੀ ਗੱਲ ਥੋੜੀ ਨੀਚ ਹਰਕਤ ਕਰੂੰਗਾ ਵੀ ਕਿਸੇ ਦੀ ਦਾੜੀ ਫੜੂੰਗਾ। ਜੇ ਮੈਂ ਕੋਈ ਗੱਲ ਹੋਊਗੀ ਤਾਂ ਉਹਦੇ ਨਾਲ ਵਿਚਾਰਾਂ ਨਾਲ ਮੈਂ ਤੇ ਉਹ ਮੈਨੂੰ ਕਹਿ ਰਹੀ ਸੀ ਕਿ ਸਾਡੀ ਮਜਬੂਰੀ ਹੈ ਤੁਹਾਨੂੰ ਉੱਥੇ ਲੈ ਜਾਣਾ, ਪੁਲਿਸ ਦੀ ਮਜਬੂਰੀ ਸੀ, ਤੁਹਾਨੂੰ ਇਹ ਗੱਲਾਂ ਕਿਹੜੀਆਂ ਪੁਲਿਸ ਦੀ, ਫਿਰ ਮਜਬੂਰੀ ਕੀ ਸੀ? ਬਸ ਉਹ ਮਜਬੂਰੀ ਦੇਖੋ ਜੀ, ਪ੍ਰੈਸ਼ਰ, ਕਿਉਂਕਿ ਹਰ ਇੱਕ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ, ਨੈਚੁਰਲ ਅੰਡਰਸਟੂਡ ਆ ਵੀ ਉਸ ਪਾਰਟੀ ਦੇ ਵਿਧਾਇਕ ਦਾ ਜਾਂ ਉਹਦੇ ਛੋਟੇ ਮੋਟੇ ਜਿਹੜੇ ਲੀਡਰ ਹੈਗੇ ਨੇ ਚਮਚਾ ਟਾਈਪ, ਉਹਨਾਂ ਦਾ ਮਾੜਾ ਮੋਟਾ ਦਬਦਬਾ ਹੁੰਦਾ ਹੀ ਆ ਪੁਲਿਸ ਦੇ ਉੱਪਰ। ਤੇ ਉਸੇ ਕਾਰਨ ਹੀ ਮੈਨੂੰ ਉੱਥੇ ਸਾਰੀ ਦਿਹਾੜੀ ਮੈਨੂੰ ਰੱਖਿਆ ਗਿਆ। ਔਰ ਮੈਨੂੰ ਮਹਿਸੂਸ ਹੋਇਆ ਵੀ ਜਿਹਾ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਮੈਂ ਤਾਂ ਇੱਕ ਜਨਰਲ ਗੱਲ ਕੀਤੀ ਆ, ਸਾਡੇ ਸਿੱਖ ਗੁਰੂ ਸਾਹਿਬਾਨਾਂ ਦੇ ਸਿਧਾਂਤ ਦੇ ਅਨੁਸਾਰ ਗੱਲ ਕੀਤੀ ਆ। ਜਦੋਂ ਸਾਡੇ ਗੁਰੂ ਸਾਹਿਬਾਨ ਕਹਿੰਦੇ ਆ, ਮੈਂ ਇਹ ਸਵਾਲ ਕਰਨਾ ਚਾਹੂੰਗਾ ਕਿ ਤੁਸੀਂ ਅੱਗੇ ਸ਼ਿਕਾਇਤ, ਮੇਰੀ ਸ਼ਿਕਾਇਤ ਲਈ ਨਹੀਂ ਗਈ ਜੀ। ਅੱਛਾ, ਲਈ ਨਹੀਂ? ਮੈਂ ਕੋਸ਼ਿਸ਼ ਕੀਤੀ, ਮੇਰੀ ਸ਼ਿਕਾਇਤ ਲਈ ਨਹੀਂ। ਜਿਹੜੇ ਵੀ ਸੰਬੰਧਿਤ ਆਫੀਸਰ ਸੀ, ਜਿਹੜੇ ਸੰਬੰਧਿਤ ਆਫੀਸਰ ਸੀਗੇ ਜੀ ਉੱਥੇ, ਮੈਂ ਹੁਣ ਜਗਰਾਉਂ ਨੂੰ, ਡੀਐਸਪੀ ਜਗਰਾਉਂ ਨੂੰ, ਐਸਐਸਪੀ ਜਗਰਾਉਂ ਨੂੰ ਜਾਂ ਚੌਂਕੀ ਵਾਲਿਆਂ ਨੂੰ
ਨਹੀਂ ਨਹੀਂ ਵੀਰ ਜੀ, ਚੌਂਕੀ ਦੇ ਵਿੱਚ ਸੀਗੇ, ਉਹ ਸਿਵਲ ਵਰਦੀ ਦੇ ਵਿੱਚ ਸੀਗੇ, ਉਹਨਾਂ ਤੇ ਕੋਈ ਨੇਮ ਪਲੇਟ ਨਹੀਂ ਸੀਗੀ, ਸਿਵਲ ਵਰਦੀ ਸੀ। ਬਾਕੀ ਤਾਂ ਉੱਥੇ ਪੁਲਿਸ ਜਿਹੜੀ ਕੋਈ ਹੈ ਹੀ ਨਹੀਂ ਸੀ, ਕਿਉਂਕਿ ਸਾਨੂੰ ਤਾਂ ਪਿੱਛੇ ਤਾੜਤਾ ਲਿਜਾ ਕੇ। ਉੱਥੇ ਇੱਕੋ ਹੀ ਬੰਦਾ ਆਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ। ਉਹਨੂੰ ਫਿਰ ਮੈਂ ਕਿਹਾ, ਉਦੋਂ ਮੈਂ ਦਾ ਕਿਹਾ ਤੁਸੀਂ ਮੈਨੂੰ ਦੁਬਾਰਾ ਵੀ ਕੋਈ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ? ਹਾਂ, ਮੈਂ ਦੁਬਾਰਾ ਕੋਸ਼ਿਸ਼ ਇਹ ਨਹੀਂ ਕੀਤੀ, ਕਿਉਂਕਿ ਮੈਂ ਇਹਨਾਂ ਦਿਨਾਂ ਦੇ ਵਿੱਚ ਥੋੜਾ ਬਿਜ਼ੀ ਚੱਲ ਰਿਹਾ, ਮੇਰੇ ਐਗਜ਼ਾਮ ਚੱਲ ਰਹੇ ਨੇ, ਮੈਂ ਫਰਦਰ ਆਪਣੀ ਐਜੂਕੇਸ਼ਨ ਜਿਹੜੀ ਪੜ੍ਹਾਈ ਕਰਦਾ, ਤੇ ਮੈਂ ਪੰਜਾਬ ਦੇ ਵਿੱਚ ਨਹੀਂ ਸੀਗਾ, ਮੈਂ ਚਲਿਆ ਗਿਆ ਸੀਗਾ। ਤੋ ਮੈਂ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਮੈਨੂੰ ਲੱਗਿਆ ਕਿ ਜਿਹੜੇ ਮੇਰੀ ਜਿਹੜੀ ਆ ਕੋਈ ਕਾਰਵਾਈ ਨਹੀਂ ਹੋਣੀ, ਕਿਉਂਕਿ ਇਹ ਜਿਹੜਾ ਮੱਥਾ ਹੈ ਇਹ ਸਰਕਾਰਾਂ ਨਾਲ ਲਾਉਣਾ, ਕਿਉਂਕਿ ਕੱਲ ਨੂੰ ਇਹ ਕੋਈ ਬੰਦੇ ਮੇਰੀ ਇਨਸਲਟ ਕਰਾ ਸਕਦੇ ਆ। ਮੈਂ ਟੀਚਿੰਗ ਲਾਈਨ ਦੇ ਵਿੱਚ ਆ, ਕੱਲ ਨੂੰ ਕਿਸੇ ਦੋ ਬੰਦੇ ਨੂੰ, ਕਿਸੇ ਨੂੰ ਪਿਆ ਕੇ ਸ਼ਰਾਬ ਦੀ ਬੋਤਲ, ਕਹਿਣ ਵੀ ਇਹਦੇ ਦੋ ਚਪੇੜਾ ਮਾਰ ਦੇ, ਇਹਦੀ ਪੱਗ ਲਾ ਦੇ, ਇਹਦੇ ਤੇ ਕਿਸੇ ਕੁੜੀ ਲੜਕੀ ਦਾ, ਕੋਈ ਬੁੜੀ ਦਾ, ਕੋਈ ਹੋਰ ਕੋਈ ਐਸਾ ਇਲਜ਼ਾਮ ਲਾ ਕੇ ਇਹਦੀਆਂ ਵੀਡੀਓ ਬਣਾ ਕੇ ਨੈਟ ਤੇ ਪਾ ਦੇ, ਹਨਾ। ਤੇ ਫਿਰ ਮੈਂ ਇਹਨਾਂ ਚੀਜ਼ਾਂ ਨੂੰ ਆਪਣਾ ਸੋਚਿਆ ਵੀ ਯਾਰ ਇਹ ਬੰਦੇ ਕੁਝ ਵੀ ਕਰ। ਹੁਣ ਤੁਸੀਂ ਇੰਟਰਵਿਊ ਕਰ ਰਹੇ ਹੋ, ਇਹ ਵੀ ਇੱਕ ਪੰਗਾ ਹੀ ਹੈ, ਤੇ ਫਿਰ ਹੁਣ ਨਹੀਂ ਤੁਹਾਨੂੰ ਲੱਗਦਾ ਕਿ ਇਹਦੇ ਤੇ ਕੋਈ ਵੱਡਾ ਪੰਗਾ ਜਿਹੜਾ ਉਹ ਛਿੜ ਸਕਦਾ? ਨਹੀਂ ਦੇਖੋ, ਕਾਰਨ ਆਏ ਆ ਵੱਡੇ ਪੰਗੇ ਦੀ ਗੱਲ ਇਸ ਤਰ੍ਹਾਂ ਵੀ ਜੀ, ਵੀ ਜੇ ਤਾਂ ਕੋਈ ਮੈਂ ਗਲਤ ਗੱਲ ਕਹਿ ਰਿਹਾ ਹਾਂ, ਕੋਈ ਝੂਠੀ ਗੱਲ ਕਹਿ ਰਿਹਾ ਹਾਂ, ਮੈਂ ਇੱਕ ਫੀਲ ਕੀਤੀ ਗੱਲ ਵੀ ਅਜਿਹਾ ਮੇਰੇ ਨਾਲ ਹੋ ਸਕਦਾ ਜਿਹਦੇ ਨਾਲ ਮੈਨੂੰ ਇਨ ਫਿਊਚਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜੇ। ਜਿਹੜੀ ਹੁਣ ਇੰਟਰਵਿਊ ਕਰਨੀ ਆ, ਇੰਟਰਵਿਊ ਕਰਨ ਦੇ ਲਈ ਤਾਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਲੋਕੋ, ਕਈ ਵਾਰੀ ਮੇਰੇ ਨਾਲ ਅਜਿਹਾ ਹੋ ਸਕਦਾ ਹੈ ਵੀ ਉਸ ਸੰਬੰਧ 'ਚ ਹੁੰਦਾ, ਤਾਂ ਮੈਨੂੰ ਉਹਦੇ ਲਈ ਮੈਂ ਮੈਂਟਲੀ ਪ੍ਰਿਪੇਅਰ ਹੋਵਾਂ, ਤੇ ਤੁਸੀਂ ਵੀ ਮੈਂਟਲੀ ਪ੍ਰਿਪੇਅਰ ਹੋਵੋ ਵੀ ਕਈ ਵਾਰੀ ਜਿਹੇ ਇਹ ਜਿਹੜੀ ਆਵਾਜ਼ ਚੁੱਕੀ ਆ ਉਹਦੇ ਮੈਨੂੰ ਮਤਲਬ ਸਜ਼ਾ ਦੇ ਸਕਦੇ ਆ ਇਹ ਲੋਕ। ਮੈਂ ਇੰਟਰਵਿਊ ਤਾਂ ਕੀਤੀ। ਨਹੀਂ ਤੇ ਹੁਣ ਫਿਰ ਅੱਗੇ ਕੀ ਤੁਸੀਂ ਮੰਗ ਕਰਦੇ ਹੋ ਕਿ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਦੀ ਕੋਈ ਕਾਰਵਾਈ ਵੀ ਕਰਾਓਗੇ, ਜਾਂ ਕੀ ਮੰਗ ਕੀ ਕਰਦੇ? ਨਹੀਂ, ਮੈਂ ਤਾਂ ਮੰਗ ਇਹ ਕਹਿੰਦਾ, ਚਲੋ ਮੇਰੀ ਜਿਹੜੀ ਇਨਸਲਟ ਇਹਨਾਂ ਨੇ ਕਰਤੀ ਉਹ ਸੈਪਰੇਟ ਇਸ਼ੂ ਹੈਗਾ। ਮੈਂ ਮੰਗ ਇਹ ਕਰਦਾ ਕਿ ਜਿਹੜਾ NRI ਪਰਿਵਾਰ ਆ, NRI ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਇੱਕ ਧੋਖਾ ਹੋਇਆ, ਔਰ ਉਹਦਾ ਕੋਈ ਵੀ ਹਜੇ ਤੱਕ ਇਨਸਾਫ ਨਹੀਂ ਮਿਲਿਆ। ਬੇਸ਼ੱਕ ਉਹਨਾਂ ਨੂੰ ਚਾਬੀਆਂ ਦਿੱਤੀਆਂ, ਉਹ ਇੱਕ ਅੰਸ਼ਕ ਇਨਸਾਫ ਕਹਿ ਸਕਦੇ ਹਾਂ ਆਪਾਂ। ਮੇਰੀ ਮੰਗ ਇਹ ਆ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਮੈਂਟਲੀ ਟੌਰਚਰ ਕੀਤਾ, ਇਕਨੋਮਿਕਲੀ ਟੌਰਚਰ ਕੀਤਾ, ਫਿਜ਼ੀਕਲੀ ਟੌਰਚਰ ਕੀਤਾ, ਉਹਨਾਂ ਦੀ ਜਿਹੜੀ ਸਰਗਣਾ ਹੈਗੀ ਆ ਉਹ ਬੀਬੀ ਸਰਬਜੀਤ ਕੌਰ ਮਾਣੂਕੇ ਆ, ਜਿਹੜੇ ਹਲਕਾ ਵਿਧਾਇਕ ਜਗਰਾਉਂ ਨੇ, ਔਰ ਬਾਕੀ ਉਹਨਾਂ ਦੀ ਟੀਮ ਆ। ਉਹਨੂੰ ਉਸ ਟੀਮ ਤੇ ਉਸ ਪਰਿਵਾਰ ਨੂੰ ਪਰੇਸ਼ਾਨ ਕਰਨ ਦੇ ਲਈ ਉਹਨਾਂ ਤੇ ਕਾਰਵਾਈ ਹੋਵੇ। ਨਹੀਂ ਜਿਹੜੇ ਜਗਰਾਉਂ ਵਰਗੇ ਇੰਸੀਡੈਂਟ ਹੈਗੇ ਦੁਬਾਰਾ ਵਰਤਦੇ ਰਹਿਣਗੇ। ਉਹਦਾ ਕਾਰਨ ਇਹ ਹੈ ਕਿਉਂਕਿ ਇਹ ਲੋਕ ਫਿਰ ਸੱਚਾ ਬਣਨ ਦੀ ਖਾਤਰ ਅਜਿਹੀ ਲੋਕਾਂ ਨੂੰ ਅੱਗੇ ਲਿਆ ਕੇ ਦੱਸਣਗੇ। ਉੱਥੇ ਮੇਰੇ ਵਰਗਾ ਕੋਈ ਹੋਰ ਬੰਦਾ ਆ ਜਾਊਗਾ ਵੀ ਜਿਹੜਾ ਇਹਨਾਂ ਨੂੰ ਕਹੂ ਵੀ ਨਹੀਂ ਤੁਸੀਂ ਗਲਤ ਕਰਦੇ ਹੋ। ਜੋ ਗਲਤ ਕਰਦੇ ਹੋ ਉਹ ਤੇ ਫਿਰ ਕਰਨਗੇ ਇਹ ਮਤਲਬ ਜ਼ੁਲਮ ਜਾਇਜ਼ਤੀ ਕਰਨਗੇ, ਧੱਕਾ ਕਰਨਗੇ, ਉਹਦੀ ਕੁੱਟਮਾਰ ਕਰਨਗੇ। ਤੋ ਇਹਦਾ ਐਂਡ ਇਹੀ ਹੋਣਾ ਕਿ ਜਿਹੜੇ ਲੋਕਾਂ ਨੇ ਇਹ ਮਸਲੇ ਨੂੰ ਛੇੜਿਆ ਉਹਨਾਂ ਲੋਕਾਂ ਤੇ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਤੇ ਜਿਹੜਾ ਪਰਿਵਾਰ ਹੈਗਾ NRI ਪਰਿਵਾਰ, ਦੇਖੋ ਮੈਂ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਦਾ ਨਹੀਂ, ਮੇਰੀ ਕੋਈ ਉਹਨਾਂ ਨਾਲ ਜਾਣ ਨਹੀਂ, ਪਹਿਚਾਣ ਨਹੀਂ, ਗੱਲ ਨਹੀਂ, ਬਾਤ ਨਹੀਂ। ਮੈਂ ਆਪਣੇ ਮਨ ਨਾਲ ਸੋਚਿਆ, ਮੇਰੀ ਅੰਤਰਾਤਮਾ ਨੇ ਆਵਾਜ਼ ਦਿੱਤੀ ਕਿ ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਦੇ ਲਈ ਸਾਨੂੰ ਖੜਨਾ ਚਾਹੀਦਾ। ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਧਾਂਤ ਸਿਖਾਇਆ। ਨੇ ਆਵਾਜ਼ ਦਿੱਤੀ ਹੈ ਜਾਂ ਤੁਹਾਡੀ ਅੰਤਰਾਤਮਾ ਨੇ ਆਵਾਜ਼ ਦਿੱਤੀ ਹੈ, ਜਾਂ ਫਿਰ ਤੁਹਾਡੇ ਤੇ ਵੀ ਲੋਕ ਸਵਾਲ ਖੜੇ ਕਰ ਰਹੇ ਆ, ਕਹਿੰਦੇ ਕਿ ਇਹ ਬੀਬੀ ਦਾ ਕੰਪੀਟੀਟਰ ਸੀ, ਇਹ ਆਮ ਆਦਮੀ ਪਾਰਟੀ ਦੇ ਵਿੱਚ ਸੀ, ਇਹ ਉਥੋਂ ਟਿਕਟ ਮੰਗਦੇ ਸੀ, ਫਿਰ ਕੋਈ ਕਹਿੰਦਾ ਕਿ ਤੁਸੀਂ BSP ਦੇ ਵਿੱਚੋਂ, ਵਿਰੋਧੀ ਪਾਰਟੀ ਦੇ ਵਿੱਚੋਂ, ਤਾਂ ਕਰਕੇ ਇਲਜ਼ਾਮ ਲਾ ਰਹੇ ਹੋ। ਅਸਲੀਅਤ ਥੋੜੀ ਜਿਹੀ ਦੱਸੋ ਸਾਡੇ ਦਰਸ਼ਕਾਂ ਨੂੰ, ਹੈ ਕੀ ਹੈ? ਵੀਰ ਜੀ ਮੈਂ ਤੁਹਾਨੂੰ ਬਿਲਕੁਲ ਇਹ ਰਿਐਲਿਟੀ ਦੱਸਦਾ। ਦੇਖੋ, ਬਹੁਜਨ ਸਮਾਜ ਪਾਰਟੀ ਦਾ ਮੈਂ ਸਪੋਰਟਰ ਹਾਂ ਪੱਕਾ, ਇੱਟ ਵਰਗਾ। ਜਿਹੜੀ ਗੱਲ ਹੈਗੀ ਆਮ ਆਦਮੀ ਪਾਰਟੀ ਦਾ ਮੈਂ ਕੰਪੀਟੀਟਰ ਸੀ ਜਾਂ ਮੈਂ ਉਹਦੇ ਵਿਰੁੱਧ ਟਿਕਟ ਮੰਗੀ ਸੀ, ਇਹ ਪੂਰਾ ਝੂਠ ਆ ਵੀਰ ਜੀ। ਸਾਡੇ ਡਾਕਟਰ ਧਰਮਵੀਰ ਗਾਂਧੀ ਜੀ ਮੇਰੇ ਇਨਲਾਜ ਪਰਿਵਾਰ ਦੇ ਵਿੱਚੋਂ, ਉਹਨਾਂ ਦੇ ਕਾਫੀ ਜ਼ਿਆਦਾ ਲਿੰਕ ਸੀਗੇ। ਮੈਂ ਇਹ 17 ਤੋਂ ਪਹਿਲਾਂ ਦੀ ਗੱਲ ਕਰਦਾ ਹੈਗਾ, 14 ਦੀ, ਜਦੋਂ MP ਦੀਆਂ ਵੋਟਾਂ ਸੀ। ਉਹਨਾਂ ਦੇ ਥਰੂ HS ਫੂਲਕਾ ਜੀ ਨੇ ਸਾਡੇ ਨਾਲ ਰਾਬਤਾ ਬਣਾਇਆ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਜੁਆਇਨ ਕਰੋ। ਬੜਾ ਮੈਨੂੰ ਜ਼ੋਰ ਲਾਇਆ, ਕਿੰਨੇ ਸਾਡੇ ਕੋਲੇ ਇਹ ਬੀਬੀ ਨੇ ਵੀ
ਬੀਬੀ ਸਰਬਜੀਤ ਕੌਰ ਮਾਣੂਕੇ ਨੇ ਵੀ ਪਤਾ ਨਹੀਂ ਕਿੰਨੇ ਕੁ ਮੇਰੇ ਘਰੇ ਗੇੜੇ ਕੱਢਤੇ ਹੋਣੇ। ਤਾਂ ਮੈਂ ਇਹਨਾਂ ਉਹ ਨੂੰ ਕਿਉਂ ਕਿਹਾ ਕਿ ਮੈਂ ਤੁਹਾਨੂੰ ਜਾਣ ਤੁਹਾਡੀ ਕਰਾਉਣ ਵਾਸਤੇ? ਹਾਂਜੀ ਜੁਆਇਨ ਕਰਾਉਣ ਵਾਸਤੇ ਵੀ ਤੁਸੀਂ ਜੁਆਇਨ ਕਰੋ ਜੀ। ਮੈਂ ਇਹਨਾਂ ਨੂੰ ਕਿਹਾ ਕਿਉਂਕਿ ਅਸੀਂ ਸ਼ੁਰੂ ਦੇ ਵਿੱਚ 14 ਦੇ ਵਿੱਚ ਸਾਨੂੰ ਬੜੀ ਇਹ ਪਾਰਟੀ ਵਧੀਆ ਲੱਗਣ ਲੱਗੀ ਸੀ ਵੀ ਚੰਗੀ ਗੱਲ ਹੈ। ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਪੂਰੀ ਡਿਟੇਲ ਪੜ੍ਹੀ, ਜਦੋਂ ਇਹਦੀ ਯੂਥ ਆਫ ਇਕੁਐਲਿਟੀ ਪੜ੍ਹੀ, ਜਿਹਦੇ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਜਦੋਂ ਲਾਗੂ ਹੁੰਦੀ ਆ, ਉਸ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਇਸ ਕੇਜਰੀਵਾਲ ਨੇ ਯੂਥ ਆਫ ਇਕੁਐਲਿਟੀ ਦੇ ਥਰੂ ਪੂਰੇ ਭਾਰਤ ਦੇਸ਼ ਦੇ ਵਿੱਚ ਵਿਰੋਧ ਕੀਤਾ, ਲੋਕਾਂ ਨੂੰ ਉਕਸਾਇਆ, ਲੋਕਾਂ ਨੇ ਆਪਣੇ ਆਪ ਤੇ ਤੇਲ ਪਾ ਕੇ ਆਪ ਨੂੰ ਸਾੜਿਆ, ਜਿਸ ਕਰਕੇ ਵੀਪੀ ਸਿੰਘ ਦੀ ਸਰਕਾਰ ਵੀ ਚਲੀ ਗਈ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਵੀ ਧਰ-ਧਰਾ ਉਵੇਂ ਰਹਿ ਗਈ। ਉਹ ਚੀਜ਼ਾਂ ਪੜ੍ਹ ਲਈਆਂ। ਫਿਰ ਇਹਦਾ ਇੱਕ ਇਹ ਪੜਿਆ ਕਿ ਇਹ ਬੰਦਾ ਜੀ ਇਹ ਕਹਿੰਦਾ ਸੀਗਾ ਵੀ ਮੈਂ ਤਾਂ IRS ਹਾਂ, ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਵਿੱਚ ਹੈਗਾ। ਜਦੋਂ ਇਹਦੀ ਉਹ ਪੂਰੀ ਮੀਡੀਆ ਨੇ ਟਰਾਇਲ ਕੀਤਾ, ਸਾਰਾ ਪਤਾ ਲੱਗ ਗਿਆ ਕਿ ਇਹ ਤਾਂ ਕਿਤੇ ਕਲਰਕ ਵੀ ਨਹੀਂ ਲੱਗਿਆ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ। ਠੀਕ ਆ, IRS ਤੇ ਇੱਕ ਵੱਖਰੀ ਗੱਲ ਹੈ। ਤਾਂ ਫਿਰ ਲੱਗਿਆ ਵੀ ਨਹੀਂ ਇਹ ਬੰਦਾ ਆਪਣੇ ਕਾਬਲ ਨਹੀਂ ਹੈਗਾ। ਫਿਰ ਮੈਂ ਇਹਨਾਂ ਨੂੰ ਅੰਤ ਦੇ ਵਿੱਚ 2017 ਦੇ ਵਿੱਚ ਇਹਨਾਂ ਨੂੰ ਮੈਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਲੂੰਗਾ, ਪਰ ਪਹਿਲਾਂ ਮੇਰੀ ਇੱਕ ਵਾਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਕਰਾਓ। ਇਹਨਾਂ ਨੇ ਸਾਡੀ ਲੁਧਿਆਣਾ ਵਿਖੇ ਮੀਟਿੰਗ ਕਰਵਾਈ ਮੇਰੀ ਅਰਵਿੰਦ ਕੇਜਰੀਵਾਲ ਨਾਲ। ਜਦੋਂ ਮੈਂ ਅਰਵਿੰਦ ਕੇਜਰੀਵਾਲ ਨਾਲ ਇਹ ਗੱਲਾਂ ਕੀਤੀਆਂ, ਉਹ ਤੋਂ ਸਵਾਲ ਪੁੱਛੇ, ਉੱਤਰ ਲੈਣੇ ਚਾहे, तो उन्होंने मैंने कहा नहीं जी रिछपाल जी आप छोड़िए इन बातों को, आगे बढ़िए, हम तो राजनीति थोड़ी करने आए, हम तो राजनीति बदलने आए हैं। मैंने कहा नहीं सर, मैं कहा आप हमारी बातों का जवाब दो। तब फिर मैं कहा भी नहीं जी ओके बाय टाटा, ਅਸੀਂ ਤੁਹਾਡੇ ਨਾਲ ਨਹੀਂ ਲੱਗ ਸਕਦੇ। ਇਹ ਜੇ ਕਹਿੰਦੇ ਆ ਕਿ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹੈ ਤੇ ਮੇਰੀ ਕੋਈ ਉਹ ਦਿਖਾਉਣ ਵੀ ਇਹਦੀ ਤੁਹਾਨੂੰ ਮੈਂ ਇੱਕ ਗੱਲ ਤੁਸੀਂ ਬੜੀ ਕੀਤੀ ਹੈ, ਕਿਉਂਕਿ ਸਾਨੂੰ ਵੀ ਆਈ ਹੈ, ਸਾਰੀ ਦੁਨੀਆ ਨੂੰ ਹੀ ਆਏ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਸਾਬਕਾ IRS ਅਧਿਕਾਰੀ ਨੇ, ਔਰ ਤੁਸੀਂ ਕਹਿ ਰਹੇ ਹੋ ਕਿ ਉਹ ਕਿਤੇ ਕਲਰਕ ਵੀ ਨਹੀਂ ਲੱਗੇ ਇਸ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ। ਇਹ ਤੁਸੀਂ ਕਿਵੇਂ ਕਹਿ ਸਕਦੇ ਹੋ? ਮੈਂ ਐਫੀਡੇਵਿਟ ਦਿੰਨਾ ਜੀ, ਕਿਉਂਕਿ ਸਾਰੀ ਦੁਨੀਆ ਉਹ ਜਾਣਦੀ ਹੈ ਜੀ ਜਿਹੜੇ ਇਹ ਕਹਿੰਦੇ ਸੀ ਕਿ ਸਾਨੂੰ ਪਤਾ ਹੀ ਅੱਜ ਲੱਗਿਆ ਕਿ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੂੰ 5 ਕਰੋੜ ਮਿਲਦਾ। ਉਹ ਅਨਪੜ੍ਹ ਲੋਕ ਜਿਹੜੇ ਕਹਿੰਦੇ ਸੀ ਸਾਨੂੰ ਤਾਂ ਅੱਜ ਪਤਾ, ਅਸੀਂ ਥੋੜੀ ਕਹਿੰਦੇ ਆ, ਸਾਨੂੰ ਤਾਂ ਜਦੋਂ ਅਸੀਂ 10 ਸਾਲ ਦੇ ਸੀ ਉਦੋਂ ਪਤਾ ਸੀ ਕਿ ਮੈਂਬਰ ਪਾਰਲੀਮੈਂਟ ਨੂੰ ਆਪਦੀ ਕਨਸਟੀਚੁਐਂਸੀ ਦੀ ਡਿਵੈਲਪਮੈਂਟ ਦੇ ਲਈ 2 ਕਰੋੜ ਅੱਜ 5 ਕਰੋੜ ਪੈਸੇ ਮਿਲਦੇ ਆ। ਜਿਹੜੇ ਲੋਕ, ਮੈਂ ਐਫੀਡੇਵਿਟ ਦਿੰਨਾ ਜੀ, ਤੁਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰੋ। ਮੈਂ ਔਨ ਕੈਮਰਾ ਕਹਿ ਰਿਹਾ ਇਹ ਗੱਲ, ਜੇ ਅਰਵਿੰਦ ਕੇਜਰੀਵਾਲ ਸਾਬਕਾ IRS ਹੋਵੇ, ਮੈਂ ਤੁਹਾਡੇ ਚੈਨਲ ਤੇ ਆਣ ਕੇ ਮਾਫੀ ਮੰਗੂਗਾ ਔਰ ਜੋ ਤੁਸੀਂ ਸਜ਼ਾ ਕਹੋਗੇ ਉਹ ਸਜ਼ਾ ਨੂੰ ਐਕਸੈਪਟ ਕਰਾਂਗਾ। ਤੁਸੀਂ ਇਨਵੈਸਟੀਗੇਸ਼ਨ ਤਾਂ ਕਰੋ ਇਹਦੀ। ਕੋਈ ਬੰਦਾ ਆਣ ਕੇ ਕਹਿ ਦੇਵੇ ਜਿਵੇਂ ਤੁਹਾਡੇ ਕੋਲੇ ਇਹੋ ਜੀ ਕੀ ਗੱਲ ਸਾਹਮਣੇ ਆ ਗਈ ਜਿਹਦੇ ਕਰਕੇ ਤੁਹਾਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਨਹੀਂ IRS ਅਧਿਕਾਰੀ? ਮੈਂ ਤੁਹਾਨੂੰ ਪ੍ਰੂਫ ਭੇਜਾਂਗਾ ਜੀ, ਤੁਸੀਂ ਚਲਾਇਓ ਫਿਰ ਉਸ ਤੋਂ ਬਾਅਦ ਆਪਣੇ ਚੈਨਲ ਤੇ ਮੈਂ ਤੁਹਾਨੂੰ ਪ੍ਰੂਫ ਭੇਜਾਂਗਾ ਜੀ। ਇਹਦੀ ਪੂਰੀ ਇਨਵੈਸਟੀਗੇਸ਼ਨ ਹੋਈ ਹੈ ਜੀ। ਜਿਹੜੀ IRS ਐਸੋਸੀਏਸ਼ਨ ਆ, ਯੂਨੀਅਨ ਆ, ਉਹਨੇ ਇੱਕ ਜਿਹੜਾ ਆਪਣਾ ਜਾਰੀ ਕੀਤਾ ਪ੍ਰੈਸ ਨੋਟ ਵੀ ਭਾਈ ਇਹ ਕਦੇ ਵੀ ਸਾਡੀ ਦੂਜਾ IRS ਨਹੀਂ ਬਣਿਆ। ਜੇ IRS ਬਣਿਆ ਸਾਡੀ ਇਹ, ਕਿਉਂਕਿ ਇੱਕ ਹੁੰਦੀ ਆ ਰਜਿਸਟ੍ਰੇਸ਼ਨ ਹੁੰਦੀ ਆ ਵੀ ਇਹਨੇ ਰਜਿਸਟ੍ਰੇਸ਼ਨ ਕਿਉਂ ਨਹੀਂ ਕਰਾਈ। ਜੇ ਰਜਿਸਟ੍ਰੇਸ਼ਨ ਕਰਵਾਈ ਆ ਤਾਂ ਇਹ ਕਿਹੜੇ ਸਟੇਸ਼ਨ ਤੇ ਲੱਗਾ ਸੀ ਦੱਸੇ। ਉਸ ਤੋਂ ਬਾਅਦ ਇੰਡੀਆ ਟੀਵੀ ਨੇ ਇਹਦਾ ਪੂਰਾ ਟਰਾਇਲ ਕੀਤਾ। ਇੰਡੀਆ ਟੀਵੀ ਨੇ ਅੱਜ ਵੀ ਉਹ ਅਵੇਲੇਬਲ ਹੈਗਾ। ਇੰਡੀਆ ਟੀਵੀ ਨੇ ਪੂਰਾ ਟਰਾਇਲ ਕੀਤਾ ਜਿਹਦੇ ਵਿੱਚ ਇਹ ਤੋਂ ਉਹਨਾਂ ਨੇ ਸਪਸ਼ਟੀਕਰਨ ਵੀ ਮੰਗਿਆ ਕਿ ਦੱਸੋ ਜੀ ਤੁਸੀਂ ਤਾਂ ਕਹਿੰਦੇ ਸੀ IRS। वो कहना नहीं जी ये तो पी चिदम्बरम ने बोला था, मैंने थोड़ी बोला था कि मैं IRS हूँ। ये मैं ਤੁਹਾਨੂੰ ਭੇਜ ਦੂੰਗਾ, ਤੁਸੀਂ ਚਲਾਇਓ ਫਿਰ। ਅੱਛਾ ਬਿਲਕੁਲ। ਅੱਛਾ ਇਹ ਬਿਲਕੁਲ ਨਵੀਂ ਗੱਲ ਹੈ, ਨਹੀਂ ਸੀ ਸਾਨੂੰ ਵੀ ਅਜੇ ਤੱਕ ਇਹੀ ਹੈ ਕਿ IRS ਅਧਿਕਾਰੀ ਨਹੀਂ। ਔਰ ਤੁਸੀਂ ਤਾਂ ਉਹਦੇ ਤੇ ਕਹਿ ਰਹੇ ਹੋ ਕੋਈ ਕਾਰਵਾਈ ਵੀ ਹੋ ਸਕਦੀ ਹੈ ਫਿਰ ਆਮ ਆਦਮੀ ਪਾਰਟੀ ਤੁਹਾਡੇ ਤੇ। ਮੈਂ ਕਹਿੰਦਾ ਜੀ ਮੈਂ ਐਕਸੈਪਟ ਕਰਦਾ ਜੀ, ਮੇਰੇ ਤੇ ਕਾਰਵਾਈ ਕਰਿਓ। ਹਾਂ ਗੱਲ ਇਸ ਤਰ੍ਹਾਂ ਜੇ ਤਾਂ ਵੈਸੇ ਹੀ ਧੱਕੇ ਨਾ ਕਰ ਦੇਣੀ ਆ ਵੀ ਸਾਡੀ ਸਰਕਾਰ ਆ ਵੀ ਤੂੰ ਕਿਉਂ ਬੋਲਿਆ, ਹਨਾ, ਫਿਰ ਤਾਂ ਗੱਲ ਵੱਖਰੀ, ਸੈਪਰੇਟ ਇਸ਼ੂ ਹੈਗਾ। ਪਰ ਜੇਕਰ ਐਜ਼ ਪਰ ਲਾ ਤੇ ਤੁਸੀਂ ਮੈਥੋਂ ਡਾਕੂਮੈਂਟ ਮੰਗੋ, ਮੈਂ ਤੁਹਾਨੂੰ ਡਾਕੂਮੈਂਟ ਪ੍ਰੋਵਾਈਡ ਕਰਦਾ। ਅੱਛਾ ਹਾਂ ਮੈਂ ਤੁਹਾਨੂੰ ਪ੍ਰੋਵਾਈਡ ਕਰਦਾ ਨਾ। ਹਾਂ ਇਹ ਮੈਂ ਦੇਖੋ ਜੀ ਕਦੇ ਵੀ ਕੋਈ ਐਸੀ ਗੱਲ ਨਹੀਂ ਕਰੂੰਗਾ ਹਵਾਈ ਗੱਲ। ਮੈਂ ਫੇਰ ਦੁਬਾਰਾ ਕਹਿੰਦਾ ਇੱਕ ਗੱਲ ਛੋਟੀ ਹੋ ਜਾਂਦੀ, ਮੈਂ ਪੜ੍ਹਿਆ ਲਿਖਿਆ ਬੰਦਾ ਹਾਂ,
ਮੈਂ ਗੱਲ ਹਵਾ ਹਵਾਈ ਨਹੀਂ ਗੱਲ ਕਰਦਾ, ਪਾਣੀ 'ਚ। ਹੁਣ ਜਿਹੜੇ ਲੋਕਾਂ ਨੂੰ ਪਤਾ ਨਹੀਂ, ਮੈਨੂੰ ਹਾਸਾ ਆਉਂਦਾ ਹੁੰਦਾ, ਜਿਹੜੇ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਬਣਿਆ, ਕਿ ਮੈਂਬਰ ਪਾਰਲੀਮੈਂਟ ਨੂੰ ਵੀ ਪੈਸੇ ਮਿਲਦੇ ਆ ਆਪਦੀ ਕੌਂਸਟੀਚੁਐਂਸੀ ਦੀ ਡਿਵੈਲਪਮੈਂਟ ਲਈ। ਬਈ ਜਿਹੜਾ ਹੁਣ ਬੰਦਾ ਵਿਚਾਰਾ ਸਕੂਲ ਕਾਲਜ ਗਿਆ ਨਹੀਂ, ਕੋਈ ਅਨਪੜ੍ਹ ਬੰਦਾ, ਉਹਨੂੰ ਨਾ ਪਤਾ ਹੋਵੇ ਵੀ ਅਸੀਂ ਤਾਂ ਐਜੂਕੇਟਡ ਬੰਦੇ ਆ, ਸਾਨੂੰ ਕਿਉਂ ਨਾ ਪਤਾ? ਸਾਨੂੰ ਤਾਂ ਪਤਾ ਨਾ। ਬਿਲਕੁਲ। ਇਸ ਕਰਕੇ ਹੈਗੀ ਆ ਗੱਲ। ਮੈਂ ਤਾਂ ਬੜੇ ਵਾਰੀ ਇਹ ਬੜੀ ਚੀਜ਼ਾਂ ਤੇ ਬੋਲਿਆ, ਮੈਂ ਵੀਡੀਓ ਬੜੀਆਂ ਪਾਈਆਂ ਵੀ ਦੱਸੇ ਕਿੱਥੇ IRS ਦੀ। ਅੱਛਾ, ਹੁਣ ਆਖਰ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਫਿਰ ਇਹੀ ਗੱਲ ਪੁੱਛਣਾ ਚਾਹੂੰਗਾ ਕਿ ਠੀਕ ਹੈ, ਤੁਹਾਡੇ ਨਾਲ ਜਿਹੜੀ ਇੱਕ ਧੱਕੇਸ਼ਾਹੀ ਹੋਈ, ਜਿਹੜੀ ਤੁਸੀਂ ਦੱਸ ਰਹੇ ਹੋ, ਉਸ ਸਬੰਧ ਦੇ ਵਿੱਚ ਹੁਣ ਕੋਈ ਅੱਗੇ ਕਾਰਵਾਈ ਕਰਵਾਉਣੀ ਚਾਹੁੰਦੇ ਹੋ? ਕੀ ਇਨਸਾਫ ਦੀ ਤੁਸੀਂ ਕੀ ਮੰਗ ਕਰਦੇ ਹੋ? ਤੁਹਾਡਾ ਇਹ ਕੀ ਕਹਿਣਾ, ਔਰ ਤੁਹਾਡੇ ਨਾਲ ਇਹ ਹੋਇਆ ਕਿਉਂ, ਕਿਹਦੇ ਇਸ਼ਾਰੇ ਤੇ ਹੋਇਆ, ਇਹ ਵੀ ਥੋੜਾ ਦੱਸੋ। ਦੇਖੋ ਜੀ, ਹੋਇਆ ਤਾਂ ਇਹ 'ਚ ਤਾਂ ਨੋ ਡਾਊਟ, ਕੋਈ ਸ਼ੱਕ ਹੀ ਨਹੀਂ ਹੈਗਾ। ਹੋਇਆ ਤਾਂ ਇਹ ਸੰਬੰਧਿਤ MLA ਸਾਹਿਬਾ ਹੈਗੇ ਨੇ, ਜਿਹੜੇ ਬੀਬੀ ਸਰਬਜੀਤ ਕੌਰ ਮਾਣੂਕੇ ਨੇ, ਤੇ ਕਰਨ ਵਾਲੇ ਉਹ ਲੋਕ ਨੇ ਜਿਹੜੇ ਉਹਦੇ ਚਮਚੇ ਨੇ, ਜਿਹੜੇ ਮਤਲਬ ਥੋੜੇ ਬਹੁਤੇ ਆਪਣੇ ਆਪਣੇ ਕੰਮ ਕਰਨੇ ਚਾਹੁੰਦੇ ਨੇ, ਜਾਂ ਜਿਨ੍ਹਾਂ ਨੇ ਕੋਈ ਮਾੜੇ ਮੋਟੇ ਕੰਮ ਪਹਿਲਾਂ ਕੀਤੇ, ਉਹਨਾਂ ਕੰਮਾਂ ਤੋਂ ਬਚਣ ਦੇ ਲਈ। ਤੇ ਜਿਹੜੀ ਗੱਲ ਹੈਗੀ ਹੈ ਕਾਰਵਾਈ ਦੀ, ਕਾਰਵਾਈ ਮੈਂ ਕੋਈ ਨਹੀਂ ਚਾਹੁੰਦਾ ਫਿਲਹਾਲ, ਕਿਉਂਕਿ ਮੇਰੇ ਲਈ ਮੈਂ ਇਹ ਸਮਝਦਾ ਵੀ ਇਹ ਜੇ ਮੈਂ ਛੋਟੇ ਮਸਲਿਆਂ 'ਚ ਪੈ ਕੇ, ਛੋਟੇ ਛੋਟੇ ਮਸਲਿਆਂ 'ਚ, ਤੇ ਇਹ ਲੋਕ ਮੈਨੂੰ ਉਲਝਾ ਲੈਣਗੇ। ਮੇਰਾ ਜਿਹੜਾ ਵੱਡਾ ਮੋਟਿਵ ਆ, ਕਿਉਂਕਿ ਮੈਂ ਸਮਝਦਾ ਕਿ ਜਿਹੜਾ ਝੋਟਾ ਹੈ ਉਹਨੂੰ ਮਾਰਿਆ ਜਾਵੇ, ਜੂਆਂ ਜਿਹੜੀਆਂ ਉਹ ਆਪਣੇ ਆਪ ਹੀ ਮਰ ਜਾਣਗੀਆਂ। ਇਹ ਜਿਹੜੇ ਲੋਕ ਮੇਰੇ ਤੇ ਹਮਲਾ ਕਰਨ ਵਾਲੇ, ਇਹ ਤਾਂ ਜੂਆਂ ਹੈ, ਝੋਟੇ ਨੂੰ ਮਾਰਨਾ ਜ਼ਰੂਰੀ ਹੈ। ਅਸੀਂ ਸਾਹਿਬ ਸ੍ਰੀ ਕਾਂਸ਼ੀ ਰਾਮ ਸਾਹਿਬ ਜੀ ਦੀ ਥਿਊਰੀ ਤੇ ਚੱਲਣ ਵਾਲੇ ਬੰਦੇ। ਚਲੋ, ਬਿਲਕੁਲ। ਤਾਂ ਰਛਪਾਲ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਧੰਨਵਾਦ, ਜਿਹੜਾ ਤੁਸੀਂ ਯੋਗ ਸਮਝਿਆ ਕਿ ਰਛਪਾਲ ਸਿੰਘ ਗਾਲਬ ਦੇ ਨਾਲ ਜਿਹੜਾ ਦੁਰਵਿਵਹਾਰ ਹੋਇਆ, ਉਹਦੀ ਗੱਲ ਜਿਹੜੀ ਮੀਡੀਆ ਤੇ ਰੱਖਣੀ ਚਾਹੀਦੀ ਹੈ। ਮੈਂ ਤੁਹਾਨੂੰ ਸਲੂਟ ਕਰਦਾ। ਧੰਨਵਾਦ ਜੀ। ਤਾਂ ਇਹ ਰਛਪਾਲ ਸਿੰਘ ਗਾਲਬ ਸੀਗੇ, ਜਿਨ੍ਹਾਂ ਦੇ ਵੱਲੋਂ ਆਪਣੇ ਨਾਲ ਹੋਈ ਜਿਹੜੀ ਪੂਰੀ ਹੱਡਬੀਤੀ ਹੈ ਉਹ ਸੁਣਾਈ ਗਈ ਹੈ, ਔਰ ਕੁਝ ਵੱਡੇ ਖੁਲਾਸੇ ਵੀ ਉਹਨਾਂ ਨੇ ਕੀਤੇ ਆ, ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਬਾਰੇ ਜਿਹੜਾ ਇੱਕ ਵੱਡਾ ਖੁਲਾਸਾ ਕੀਤਾ, ਉਹਦੇ ਬਾਰੇ ਜੇ ਅਸੀਂ ਇਮਾਨਦਾਰੀ ਨਾਲ ਕਹੀਏ, ਸਾਨੂੰ ਵੀ ਜਿਹੜਾ ਇਹਦੇ ਬਾਰੇ ਪਤਾ ਨਹੀਂ ਸੀ, ਔਰ ਰਛਪਾਲ ਸਿੰਘ ਹੋਰਾਂ ਨੇ ਇਹਦੇ ਤੇ ਇੱਕ ਵੱਡਾ ਖੁਲਾਸਾ ਕੀਤਾ। ਹਾਲਾਂਕਿ ਸੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ, ਪਰ ਉਹਨਾਂ ਨੇ ਬੜੇ ਦਾਅਵੇ ਦੇ ਨਾਲ ਇਹ ਗੱਲ ਕਹੀ ਹੈ ਕਿ ਮੈਂ ਐਫੀਡੇਵਿਟ ਦੇਣ ਨੂੰ ਤਿਆਰ ਹਾਂ, ਔਰ ਜੇ ਮੈਂ ਗਲਤ ਹੋਵਾਂ ਤਾਂ ਵਿੱਚ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਔਰ ਉਹਨਾਂ ਨੇ ਆਪਣੀ ਜਿਹੜੀ ਹੱਦਬੀਤੀ ਜ਼ਰੂਰ ਸੁਣਾਈ ਹੈ, ਔਰ ਨਾਲ ਹੀ ਨਾਲ ਉਹਨਾਂ ਨੇ ਜਿਹੜੇ NRI ਪਰਿਵਾਰ ਦੇ ਵਾਸਤੇ ਵੀ ਇਨਸਾਫ ਦੀ ਜਿਹੜੀ ਆ ਉਹ ਮੰਗ ਕੀਤੀ ਹੈ। ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਨ ਆਲੋਚਨਾ TV ਦੇ ਨਾਲ।